खुदा ने आज एक और मौका दिता है खुदा दे पवित्र कलाम दे विच समझीए। सो ਅਸੀਂ ਵੇਖਾਂਗੇ आज ਮੰਨਣ ਦੇ ਲਈ प्रभु दे कलाम दे विच पहला पतरस ਉਹਦਾ 1 ਅਧਿਆਇ ਉਹਦੀ 16 ਆਇਤ ਨੂੰ ਅਸੀਂ ਵੇਖਾਂਗੇ। First Peter chapter 1 verse 16। पहला पतरस 1 अध्याय 16। जिन्होंने मिल गया प्लीज कृपा करके पढ़ दे। पढ़ दो जल्दी। पवित्र बनो इसलिए जो मैं पवित्र हां। थैंक यू। हालेलुया हालेलुया हालेलुया। की पढ़िया सी इस तरह धर्म ग्रंथ में लिखा है भाई तुसी पवित्र बनो क्योंकि तुम्हारा बुलाने वाला पवित्र है। हालेलुया। ਇਹਦਾ मतलब ਇਹ ਆ ਕਿਤੇ ਹੋਰ ਇਹ ਗੱਲ ਬਾਈਬਲ ਦੇ ਵਿੱਚ ਦਰਜ ਕੀਤੀ ਗਈ ਆ ਕਿ ਪਵਿੱਤਰ ਬਣੋ ਜਿਸ ਤਰ੍ਹਾਂ ਤੁਹਾਡਾ ਬੁਲਾਉਣ ਵਾਲਾ ਪਵਿੱਤਰ ਹੈ। ਜਦੋਂ ਅਸੀਂ ਪੁਰਾਣਾ ਨਿਯਮ ਪੜ੍ਹਦੇ ਹਾਂ ਤੇ ਪੁਰਾਣੇ ਨਿਯਮ ਦੇ ਵਿੱਚ ਇਹ ਗੱਲ ਅਸੀਂ ਪਾਉਂਦੇ ਆ ਕਿ ਪੁਰਾਣੇ ਨਿਯਮ ਦੇ ਵਿੱਚ ਯਹੋਵਾ ਪਰਮੇਸ਼ਰ ਨੇ ਆਖਿਆ ਪਵਿੱਤਰ ਬਣੋ ਕਿਉਂਕਿ ਮੈਂ ਤੁਹਾਡਾ ਯਹੋਵਾ ਪਰਮੇਸ਼ਰ पवित्र हाँ। हालेलुया हालेलुया। ये आयत जेडी संत पतरस ने इस जगह पे लिखी आ ये पुराने नियम के विच कोट की गई है ली गई है ते उन सारे विश्वासियों जेडे यीशु मसीह ते विश्वास करते हैं उन सारे ये गल लिखी गई है कि तुसी पवित्र बनो। हालेलुया हालेलुया। पवित्र बनो जितना ताड़ा सदन वाला पवित्र हो। हालेलुया हालेलुया। भावे वो एशिया माइनर दे सी भावे वो मैकेडोनिया दे सन भावे लागले और प्रांतां दे सन भावे ਅਸੀਂ ਹਾਂ इंडियन ਸਾਨੂੰ ਵੀ ਇੱਕ वचन कह रहा कि तुसी पवित्र बनो क्योंकि तुम्हारा सदन वाला प्रभु यीशु मसीह पवित्र है। हालेलुया। ਹੁਣ ਸਵਾਲ ਆ ਅਸੀਂ ਪਵਿੱਤਰ ਕਿੱਦਾਂ ਬਣੀਏ ਹੈ ਨਾ। ਕਿਸ ਤਰ੍ਹਾਂ ਅਸੀਂ ਪਵਿੱਤਰ ਬਣੀਏ ਜਿੱਦਾਂ ਸਾਡਾ ਖੁਦਾ ਪਵਿੱਤਰ। ਅਸੀਂ ਡੇਲੀ ਉੱਠਦੇ ਆ ਡੇਲੀ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਡੇਲੀ ਅਸੀਂ ਬਹੁਤ ਸਾਰੇ ਪਾਪ ਗੁਨਾਹ ਛੋਟੇ ਛੋਟੇ ਮਿਸਟੇਕਸ ਕਰ ਦਿੰਦੇ ਆ। ਸਾਡੇ ਮੂੰਹ ਦੇ ਵਿੱਚੋਂ ਕਦੀ ਕੋਈ ਗੱਲ ਨਿਕਲ ਆਉਂਦੀ ਆ ਉਲਟੀ ਸਿੱਧੀ ਕਦੀ ਅਸੀਂ ਛੋਟੀ ਛੋਟੀ ਗੱਲਾਂ ਦੇ ਵਿੱਚ ਅਸੀਂ ਖੁਦਾ ਦੇ ਬੇਮੁਖ ਹੋ ਜਾਂਦੇ ਆ। ਹੁਣ ਗੱਲ ਆ ਕਿ ਅਸੀਂ ਪਵਿੱਤਰ ਕਿਸ ਤਰ੍ਹਾਂ ਬਣੀਏ। ਵਚਨ ਚ ਲਿਖਿਆ ਪ੍ਰਭੂ ਯੀਸ਼ੂ ਮਸੀਹ ਦੀ ਲਾਈਫ ਨੂੰ ਜਦ ਅਸੀਂ ਵੇਖਦੇ ਆ ਤੇ ਖੁਦਾਵੰਦ ਪ੍ਰਭੂ ਯੀਸ਼ੂ ਮਸੀਹ ਦੇ ਕਲਾਮ ਨੂੰ ਅਸੀਂ ਵੇਖਦੇ ਆ ਉਹਦੀ ਲਾਈਫ ਦੇ ਬਾਰੇ ਕਿ ਉਹ ਖੁਦਾਵੰਦ ਪਰਮੇਸ਼ਰ ਦੇ ਨਾਲ ਲਗਾਤਾਰ ਗੱਲ ਕਰਦਾ ਸੀ। मेरे लिए जो ਤੁਹਾਡੇ ਲਈ ਇੱਕ ਉਦਾਹਰਨ ਬਣਾਈ ਕਿ ਉਹ ਪਹਾੜ ਤੇ ਜਾ ਕੇ ਇਕਾਂਤ ਵਿੱਚ ਜਾ ਕੇ ਪ੍ਰਾਰਥਨਾ ਕਰਦਾ ਸੀ ਪਰਮੇਸ਼ਰ ਨਾਲ ਗੱਲਬਾਤ ਕਰਦਾ ਸੀ ਤੇ ਖੁਦਾ ਦੇ ਕੋਲੋਂ ਆਪਣੇ ਆਪ ਨੂੰ ਪਵਿੱਤਰ ਰੱਖਣ ਦੀ ਅਭਿਆਸ ਕਰਦਾ ਸੀ ਕਿ ਮੈਂ ਤੇ ਤੁਸੀਂ ਵੀ ਇਕਾਂਤ ਵਿੱਚ ਜਾ ਕੇ ਖੁਦਾ ਦੇ ਅੱਗੇ ਪ੍ਰਾਰਥਨਾ ਕਰੀਏ ਖੁਦਾ ਦੇ ਅੱਗੇ ਪਵਿੱਤਰ ਰਹਿਣ ਦਾ ਅਭਿਆਸ ਕਰਦੇ ਰਹੀਏ। ਜਦੋਂ ਅਸੀਂ ਅਭਿਆਸ ਕਰਦੇ ਰਵਾਂਗੇ ਪਵਿੱਤਰ ਰਹਿਣ ਦੀ ਕੋਸ਼ਿਸ਼ ਕਰਦੇ ਰਵਾਂਗੇ ਤਾਂ ਅਸੀਂ ਪਵਿੱਤਰ ਬਣ ਜਾਵਾਂਗੇ। ਹਾਲੇਲੂਇਆ ਹਾਲੇਲੂਇਆ। ਜਿੱਦਾਂ ਦੀ ਸਾਡੀ ਸੰਗਤ ਹੋਵੇਗੀ ਉਦਾਂ ਦੀ ਸਾਡੀ ਰੰਗਤ ਹੋਵੇਗੀ। ਜੇ ਸਾਡੀ ਸੰਗਤ ਪਵਿੱਤਰ ਆਤਮਾ ਦੇ ਨਾਲ ਹੋਵੇਗੀ ਪਵਿੱਤਰ ਖੁਦਾ ਦੇ ਨਾਲ ਹੋਵੇਗੀ ਤੇ ਅਸੀਂ ਪਵਿੱਤਰ ਬਣਦੇ ਜਾਵਾਂਗੇ। ਜੇ ਅਸੀਂ ਆਪਣੀ ਸ਼ੁਰੂਆਤ ਦਿਨ ਦੀ ਆਤਮਾ ਦੇ ਵਿੱਚ ਹੋ ਕੇ ਪ੍ਰਾਰਥਨਾ ਦੇ ਨਾਲ ਕਰਾਂਗੇ ਤਾਂ ਅਸੀਂ ਪਵਿੱਤਰ ਬਣ ਸਕਦੇ ਹਾਂ। ਅਸੀਂ ਸੌਣ ਤੋਂ ਪਹਿਲੇ ਅਸੀਂ ਆਪਣੇ ਆਪ ਨੂੰ ਖੁਦਾ ਦੇ ਅਧੀਨ ਕਰਨਾ ਹੈ ਪ੍ਰਾਰਥਨਾ ਕਰਨੀ ਹੈ ਆਪਣੀ ਨਾਈਟ ਨੂੰ ਖੁਦਾ ਦੇ ਹੱਥ ਵਿੱਚ ਦੇਣਾ ਹੈ ਤਾਂ ਜੋ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਬੁਰਾਈ ਬੁਰੀ ਗੱਲ ਬੁਰਾ ਖੁਆਬ ਤੁਹਾਡੇ ਮਾਈਂਡ ਦੇ ਵਿੱਚ ਪ੍ਰਵੇਸ਼ ਨਹੀਂ ਕਰੇਗਾ ਜੇ ਤੁਸੀਂ ਪ੍ਰਾਰਥਨਾ ਕਰਕੇ ਸੌਵੋਗੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ।
प्रभु यीशु मसीह ने एक अच्छी उदाहरण दी है कि वो दिन रात प्रार्थना करता सी। ਜਦੋਂ ਵੀ ਉਹਨੂੰ ਸਮਾਂ ਮਿਲਦਾ ਸੀ ਉਹਨੇ ਪ੍ਰਾਰਥਨਾ ਕਰਨੀ, ਉਹਨੇ ਆਪਣੇ ਪਿਤਾ ਦੇ ਨਾਲ ਆਪਣਾ ਸੰਬੰਧ ਬਣਾ ਲਿਆ, ਉਹਨੇ ਆਪਣੇ ਆਪ ਨੂੰ ਅਲੱਗ ਕੀਤਾ ਸਾਰਿਆਂ ਦੇ ਨਾਲੋਂ ਤੇ ਦੱਸਿਆ ਪਵਿੱਤਰ ਬਣਨ ਦੀ ਇਹ ਰਸਮ ਹੈ। ਇਸ ਰੀਤ ਨਾਲ ਜੇ ਤੁਸੀਂ ਇਕਾਂਤ ਵਿੱਚ ਜਾ ਕੇ ਇਕੱਲੇ ਹੋ ਕੇ ਪ੍ਰਾਰਥਨਾ ਕਰੋਗੇ, ਅਥਰੂ ਬਹਾ ਕੇ ਪ੍ਰਾਰਥਨਾ ਕਰੋਗੇ, ਆਪਣੇ ਪਾਪਾਂ ਨੂੰ ਖੁਦਾਵੰਦ ਦੇ ਸਾਹਮਣੇ ਪ੍ਰਤੀ ਦਿਨ ਰੱਖੋਗੇ, ਆਪਣੇ ਆਪ ਨੂੰ ਖੁਦਾਵੰਦ ਦੇ ਸਾਹਮਣੇ ਪ੍ਰਤੀ ਦਿਨ ਰੱਖੋਗੇ, ਹਰ ਰੋਜ਼ ਖੁਦਾ ਦੇ ਕੋਲੋਂ ਮਾਫੀ ਮੰਗੋਗੇ, ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਗੁਨਾਹ ਪਾਪਾਂ ਅਪਰਾਧਾਂ ਨੂੰ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਰੱਖੋਗੇ ਤੇ ਪ੍ਰਤੀ ਦਿਨ ਉਹ ਤੁਹਾਨੂੰ ਪਵਿੱਤਰ ਬਣਾਉਂਦਾ ਜਾਵੇਗਾ। ਹਰ ਰੋਜ਼ ਉਹ ਤੁਹਾਡੇ ਅੰਦਰੋਂ ਪਾਪ ਨੂੰ ਮਿਟਾਉਂਦਾ ਜਾਵੇਗਾ ਤੇ ਤੁਸੀਂ ਪਵਿੱਤਰਤਾ ਦੇ ਵੱਲ ਵਧਦੇ ਜਾਓਗੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤੁਸੀਂ ਆਪਣੀਆਂ ਗੱਲਾਂ ਖੁਦਾ ਨੂੰ ਦੱਸੋਗੇ, ਤੁਸੀਂ ਆਪਣੇ ਆੜੇ ਖੁਦਾ ਦੇ ਅੱਗੇ ਪਾਵੋਗੇ, ਤੁਸੀਂ ਆਪਣੇ ਆਪ ਨੂੰ ਖੁਦਾ ਦੇ ਗੱਲ ਕਰੇਗਾ। ਪ੍ਰਭੂ ਯਿਸੂ ਮਸੀਹ ਆਪਣੇ ਵਚਨਾਂ ਦੇ ਦੁਆਰਾ ਤੁਹਾਡੇ ਨਾਲ ਗੱਲ ਕਰੇਗਾ। ਜਦੋਂ ਤੁਸੀਂ ਮੈਡੀਟੇਟ ਕਰੋਗੇ ਵਚਨ ਦੇ ਉੱਤੇ, ਜਦੋਂ ਤੁਸੀਂ ਆਪਣੇ ਵਚਨ ਨੂੰ ਖੋਲੋਗੇ ਤੇਰੇ ਵਚਨ ਦੇ ਦੁਆਰਾ ਪਰਮੇਸ਼ਰ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦੇਵੇਗਾ। ਜਿਹੜਾ ਵੀ ਤੁਸੀਂ ਪ੍ਰਸ਼ਨ ਖੁਦਾਵੰਦ ਪਰਮੇਸ਼ਰ ਨੂੰ ਪੁੱਛਿਆ ਹੋਵੇਗਾ ਵਚਨ ਤੁਹਾਨੂੰ ਉਸ ਗੱਲ ਦਾ ਫਿਰ ਜਵਾਬ ਦੇਵੇਗਾ। ਹਾਲੇਲੂਇਆ ਹਾਲੇਲੂਇਆ। ਪਹਿਲੀ ਗੱਲ ਕਿ ਤੁਸੀਂ ਪ੍ਰਾਰਥਨਾ ਕਰਦੇ ਰਹਿਣਾ ਵਾ ਜੇ ਤੁਸੀਂ ਪਵਿੱਤਰ ਬਣਨਾ ਚਾਹੁੰਦੇ ਹੋ। ਦੂਸਰੀ ਗੱਲ ਲਗਾਤਾਰ ਵਚਨ ਨੂੰ ਪੜ੍ਹਦੇ ਰਹਿਣਾ ਵਾ, ਵਚਨ ਦੇ ਉੱਤੇ ਮਨਨ ਕਰਦੇ ਰਹਿਣਾ ਵਾ। ਜਿੰਨਾ ਜ਼ਿਆਦਾ ਵਚਨ ਤੁਸੀਂ ਆਪਣੇ ਅੰਦਰ ਸਟੋਰ ਕਰੋਗੇ ਉਨਾ ਹੀ ਜ਼ਿਆਦਾ ਤੁਸੀਂ ਪਵਿੱਤਰ ਹੁੰਦੇ ਜਾਵੋਗੇ। ਤੁਹਾਡੇ ਮਾਈਂਡ ਦੇ ਵਿੱਚ ਵੀ ਕੋਈ ਖਿਆਲ ਗੰਦਾ ਨਹੀਂ ਆਵੇਗਾ, ਤੁਹਾਡੇ ਮੂੰਹ ਦੇ ਵਿੱਚ ਕਦੀ ਵੀ ਕਿਸੇ ਪ੍ਰਕਾਰ ਦੀ ਕੋਈ ਬੁਰੀ ਗੱਲ ਨਹੀਂ ਹੋਵੇਗੀ। ਜੇ ਤੁਸੀਂ ਵਚਨ ਨੂੰ ਆਪਣੇ ਅੰਦਰ ਲੈਂਦੇ ਜਾਵੋਗੇ ਇਹ ਗੱਲਾਂ ਜਿਹੜੀਆਂ ਤੁਸੀਂ ਪੜ੍ਹਦੇ ਜਾਵੋਗੇ ਇਹ ਗੱਲਾਂ ਹੀ ਤੁਹਾਡੇ ਅੰਦਰੋਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ। ਹਾਲੇਲੂਇਆ। ਇਹ ਵਚਨ ਤੁਹਾਡੇ ਅੰਦਰੋਂ ਚੇਂਜ ਲਿਆਉਣਾ ਸ਼ੁਰੂ ਕਰ ਦੇਵੇਗਾ, ਤੁਹਾਡੇ ਅੰਦਰੋਂ ਚੇਂਜ ਹੋ ਜਾਵੋਗੇ। ਤੁਸੀਂ ਆਪਣੇ ਆਪ ਨੂੰ ਚੇਂਜ ਹੁੰਦੇ ਮਹਿਸੂਸ ਕਰੋਗੇ ਜਦੋਂ ਤੁਸੀਂ ਲਗਾਤਾਰ ਵਚਨ ਦਾ ਅਧਿਐਨ ਕਰਨਾ ਸ਼ੁਰੂ ਕਰ ਦੇਵੋਗੇ। ਹਾਲੇਲੂਇਆ ਹਾਲੇਲੂਇਆ। ਵਚਨ ਪੜ੍ਹਨ ਦੇ ਨਾਲ ਨਹੀਂ, ਵਚਨ ਦੇ ਉੱਤੇ ਮੈਡੀਟੇਟ ਕਰਨ ਦੇ ਨਾਲ। ਜੋ ਵਚਨ ਤੁਸੀਂ ਪੜ੍ਹਿਆ ਹੈ ਉਹਨੂੰ 2 3 4 ਵਾਰੀ ਪੜ੍ਹੋ, ਲਗਾਤਾਰ ਪੜ੍ਹੋ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਵਚਨ ਤੁਹਾਡੇ ਨਾਲ ਕੀ ਗੱਲ ਕਰਨਾ ਚਾਹੁੰਦਾ ਹੈ, ਵਚਨ ਤੁਹਾਨੂੰ ਕੀ ਕਹਿਣਾ ਚਾਹੁੰਦਾ ਹੈ। ਜੇ ਤੁਸੀਂ ਉਸ ਗੱਲ ਨੂੰ ਸਮਝ ਆਵੋਗੇ ਉਹ ਗੱਲ ਫਿਰ ਤੁਹਾਨੂੰ ਪਵਿੱਤਰਤਾਈ ਦੇ ਵੱਲ ਲੈ ਕੇ ਜਾਣਾ ਸ਼ੁਰੂ ਕਰ ਦੇਵੇਗੀ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। मैं बहुत सारे भैन भरावां ਨੂੰ ਜਾਣਦਾ ਹਾਂ, ਬੜੀ ਵਾਰੀ ਸਭਾਵਾਂ ਦੇ ਵਿੱਚ ਇੱਕ ਗੱਲ ਸੁਣਨ ਨੂੰ ਮਿਲਦੀ ਆ ਕਿ ਮੈਂ 10 ਵਾਰੀ ਬਾਈਬਲ ਪੜ੍ਹ ਚੁੱਕਾ ਹਾਂ, ਮੈਂ 20 ਵਾਰੀ ਬਾਈਬਲ ਪੜ੍ਹ ਚੁੱਕਾ। ਇੱਕ ਖੁਦਾ ਦਾ ਦਾਸ ਸੀ, ਉਹ ਕਹਿੰਦੇ ਕਿ ਮੈਂ ਹਰ 3 ਮਹੀਨੇ ਦੇ ਵਿੱਚ ਇੱਕ ਵਾਰੀ ਬਾਈਬਲ ਪੜ੍ਹਦਾ, ਮਤਲਬ ਸਾਲ ਦੇ ਵਿੱਚ 4 ਵਾਰੀ ਬਾਈਬਲ ਨੂੰ ਕੰਪਲੀਟ ਪੜ੍ਹ ਲੈਣਾ। ਨਵਾਂ ਨਿਯਮ ਤੇ ਪੁਰਾਣਾ ਨਿਯਮ ਦੋਵੇਂ ਮਿਲਾ ਕੇ 4 ਵਾਰੀ ਬਾਈਬਲ ਨੂੰ ਪੂਰੀ ਪੜ੍ਹ ਲੈਣਾ। WhatsApp ਤੇ ਮੈਨੂੰ ਕਿਨੇ ਮੈਸੇਜ ਭੇਜਿਆ, ਛੋਟਾ ਜਿਹਾ ਬੱਚਾ ਸੀ, ਵੈਰੀ ਗੁੱਡ, ਕਿ ਉਹਨੇ ਬਹੁਤ ਸਾਰੀਆਂ ਆਇਤਾਂ ਜਿਹੜੀਆਂ ਸੀ ਜ਼ੁਬਾਨੀ ਰੱਖੀਆਂ ਹੋਈਆਂ ਸਨ। ਬਹੁਤ ਸਾਰੇ ਜ਼ਬੂਰ ਸੀ ਜਿਹੜੇ ਉਹਨੇ ਬੋਲੇ ਸੀ। ਕਨਵੈਨਸ਼ਨ ਦੇ ਵਿੱਚ ਲੋਕ ਜ਼ਬੂਰ ਬੋਲਿਆ ਵਾ। ਇੱਕ ਇਹੋ ਜਿਹਾ ਵੀ ਸ਼ਖਸ ਸੀ ਜਿਹੜਾ ਇੰਡੀਆ ਟੀਵੀ ਤੇ ਆਇਆ ਸੀ। ਇੰਡੀਆ ਟੀਵੀ ਤੇ ਉਹਨੇ ਇੰਟਰਵਿਊ ਦੇ ਵਿੱਚ ਉਹਨੇ ਸਾਰੀ ਬਾਈਬਲ ਦੀ ਜੋ ਵੀ ਵਚਨ ਸਨ ਉਹਨੂੰ ਬੋਲ ਦਿੱਤਾ ਕਿ ਮੈਂ ਬਾਈ ਹਾਰਟ ਇਹਨਾਂ ਵਚਨਾਂ ਨੂੰ ਜਾਣਦਾ ਹਾਂ। ਹਾਲੇਲੂਇਆ ਬਾਈ ਹਾਰਟ, ਮਤਲਬ ਦਿਲ ਤੋਂ ਉਹ ਜਾਣਦਾ, ਬਿਨਾਂ ਬੋਲੇ ਉਹ ਦੱਸ ਸਕਦਾ ਸੀ ਕਿ ਕਿਹੜੀ ਜਗ੍ਹਾ ਤੇ ਕਿਹੜੀ ਆਇਤ ਲਿਖੀ ਹੋਈ। ਏਦਾਂ ਦੇ ਲੋਕ ਵੀ ਹਨ, ਪਰ ਜੇ ਇਹ ਵਚਨ ਤੁਸੀਂ ਪੜ੍ਹਦੇ ਹੋ ਇਹਨੂੰ ਆਪਣੇ ਸਮਝ 'ਚ ਰੱਖਦੇ ਜੋ ਆਪਣੇ ਦਿਲ ਵਿੱਚ ਨਹੀਂ ਰੱਖਦੇ, ਇਹਦੇ ਉੱਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਪੜ੍ਹਿਆ ਵਚਨ ਵੀ ਤੁਹਾਡੇ ਲਈ ਬੇਕਾਰ ਹੋ ਜਾਵੇਗਾ। ਇਹਨੂੰ ਪ੍ਰੈਕਟਿਸ ਦੇ ਵਿੱਚ ਲਿਆਉਣਾ ਹੈ। ਹਾਲੇਲੂਇਆ ਹਾਲੇਲੂਇਆ। ਪ੍ਰੈਕਟਿਸ ਦੇ ਵਿੱਚ ਲਿਆਉਣਾ ਹੈ। ਜੋ ਵਚਨ ਤੁਸੀਂ ਪੜ੍ਹਦੇ ਜੋ ਉਹਨੂੰ ਪੜ੍ਹੋ, ਵਚਨ ਤੁਹਾਡੇ ਨਾਲ ਕੀ ਗੱਲ ਕਰਨਾ ਚਾਹੁੰਦਾ ਹੈ। ਜਦੋਂ ਵਚਨ ਦੀ ਤੁਸੀਂ ਸਮਝ ਆਵੋਗੇ ਤਾਂ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਪਵਿੱਤਰ
बनना शुरू हो जाओगे। हालेलुया, हालेलुया, हालेलुया। तुहानू पता होना चाहिए हो किस समय तुहानू किस वचन की जरूरत है। तुहाडे घर दे विच परेशानी है, तुहानू पता होना चाहिए कि किस परेशानी विच तुसीं किदां दा वचन अपने लिए लागू करना है, किहड़े समय ते तुसीं प्रार्थना करनी है। हालेलुया। पर जे तुहानू पता नहीं है तो तुसीं पवित्र बन सकदे नहीं। फिर तुसीं अपनी परेशानियों के विच डुबे रहोगे, फिर तुसीं अपने ही गल्लां दे विच डुबे रहोगे, फिर तुसीं अपनी चिंतावां दे विच ना डुबदे रहोगे। तुसीं सारे वचन नूं ते दिमाग दे विच रखिया है, पर इत्थों लैके इत्थों तक वो वचन नूं आउण नहीं देंदे। हालेलुया। जिद्दन वो वचन इत्थों इत्थे आ गया, दिल विच आ गया, उदों तुसीं पवित्र बनना शुरू हो जाओगे। हालेलुया, हालेलुया, हालेलुया। मैं तुहानू ये उत्साहित करना चाहता हूँ, अपनी बाइबल को अंगीठी के ना रखो, अपनी बाइबल को टीवी के उत्ते ना रखो, बैड के सराने के उत्ते ना रखो, उन्होंने पढ़ो। सिर्फ पढ़ना नहीं है, उस वचन उत्ते मैडिटेट करो कि वचन तुहाडे नाल की गल करना चाहता, वचन की तुहानू सिखाना चाहता, तुहाडे नाल खुदावंद परमेश्वर की गल करना चाहता। जदों तुसीं खुदा दी समझ आवोगे, ओदी गल नूं मनना शुरू कर दोगे, तुसीं पवित्र होना शुरू हो जाओगे। हालेलुया, हालेलुया। पहली गल लगातार प्रार्थना करते रहो। यीशु मसीह ने एक एग्जांपल दी है मेरे लिए तुहाडे लिए, वो रात को एकांत विच जाके प्रार्थना करते सी, लगातार प्रार्थना करता हुंदा सी, भावें दुखी हुंदा सी भावें वो सुखी हुंदा सी, वो लगातार प्रार्थना करता रहिंदा सी। हालेलुया, हालेलुया, हालेलुया। तुसीं बीमार जो डोंट वरी, प्रार्थना करो। हॉस्पिटल दे विच जो डोंट वरी, प्रार्थना करो। तुहाडे ईमान नूं वेख के लोग बदल जाणगे। तुहाडे ईमान नूं वेख के जो तुसीं घुटने दे बल प्रार्थना करोगे, अपने मुंह तो अपने परमेश्वर दे अगे फरियाद करोगे, लोग तुहाडी बेइज्जती नहीं, लोग अपने दुखां नूं लैके सगों तुहाडे कोल आउणगे, तां तुहाडे कोलों अपने दुखां दे लई प्रार्थना कराउणगे। दिस इज माई एक्सपीरियंस, ये मेरा एक्सपीरियंस आ। जदों मेरा बेटा बीमार सी, मैं ते मेरी वाइफ हॉस्पिटल च प्रार्थना कर रहे सी, लोग साडे कोल आउंदे सी प्रार्थना कराउण दे लई। हालेलुया, 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 हालेलुया। डॉक्टर कलसी ने भी मैनूं कहा सी, जाओ तुसीं पास्टर जो एक बारी आईसीयू दे विच पेशेंट साहब बहुत माड़ी कंडीशन दे प्रार्थना कर दो, तुहाडी प्रार्थना सुन के तुहाडा परमेश्वर उस बच्चे नूं जिंदगी बख्श देवेगा। हालेलुया, हालेलुया। पवित्र बनना वा, जो तुसीं पवित्र बनते जाओगे तो ऑटोमैटिकली तुहाडे विचों खुदा दीयां गल्लां लोकां नूं वेखणियां शुरू हो जाणगीਆਂ, लोग भी तुहानूं सहारनगे। तुहाडे लई स्वर्ग दे विच तां इनाम है ही है, धरती दे उत्ते भी तुहानूं इनाम मिलना शुरू हो जाएगा। हालेलुया। दुखां तो ना डरो, तकलीफां तो ना डरो, परेशानियां तो ना डरो, चिंतावां तो ना डरो, पैसे की प्रॉब्लम डोंट वरी, कोई गल नहीं। पिता नूं दसो, खुदा अपने गनी खजाने खोल के तुहाडीआं सारियां जरूरतां, तुहाडीआं सारियां लोड़ां पूरियां करेगा। हालेलुया, हालेलुया, हालेलुया। जदों तुसीं एकांत विच प्रार्थना करनी शुरू कर दोगे, तुसीं रोना शुरू कर दोगे परमेश्वर दे अगे, रोवोगे परमेश्वर के अगे। जो तुसीं ग्रुप दे विच प्रार्थना करोगे, ग्रुप दे विच तुसीं कदी भी रोवोगे नहीं, अपनियां गल्लां कदी भी तुसीं परमेश्वर दे अगे नहीं रखोगे, तुसीं कदी भी अपने आप नूं ਜਿਹੜੀਆਂ ਗੁਪਤ ਤੁਸੀਂ ਗੱਲਾਂ ਕੀਤੀਆਂ ਵਾ, ਜਿਹੜੇ ਤੁਸੀਂ ਜਾਣਦੇ ਹੋ ਮਾੜੀਆਂ ਗੱਲਾਂ ਤੁਹਾਡੇ ਮੂੰਹ ਚੋਂ ਨਿਕਲੀਆਂ ਗਰੁੱਪ ਦੇ ਵਿੱਚ, ਦੋ ਚਾਰ ਬੰਦਿਆਂ ਦੇ ਵਿੱਚ, ਜਾਨੀ ਕਿ ਆਪਣੇ ਹਸਬੰਡ ਦੇ ਨਾਲ ਵੀ ਬਹਿ ਕੇ ਉਹ ਗੱਲਾਂ ਪਰਮੇਸ਼ਵਰ ਦੇ ਸਾਹਮਣੇ ਨਹੀਂ ਰੱਖੋਗੇ। ਪਰ ਜਦ ਤੁਸੀਂ ਇਕਾਂਤ ਵਿੱਚ ਜਾਵੋਗੇ, ਤੁਸੀਂ ਫੁੱਟ ਫੁੱਟ ਕੇ ਰੋਵੋਗੇ, ਤਾਂ ਤੁਸੀਂ ਉਹ ਗੱਲਾਂ ਵੀ, ਉਹ ਸਾਰੀਆਂ ਜਿਹੜੀਆਂ ਤੁਸੀਂ ਕੀਤੀਆਂ ਹੋਣਗੀਆਂ, ਜਿਹੜੀਆਂ ਤੁਹਾਨੂੰ ਯਾਦ ਨਹੀਂ ਵੀ ਹੋਣਗੀਆਂ, ਉਹਨਾਂ ਨੂੰ ਵੀ ਤੁਸੀਂ ਪਰਮੇਸ਼ਵਰ ਦੇ ਅੱਗੇ ਰੱਖਣਾ ਸ਼ੁਰੂ ਕਰ ਦੇਵੋਗੇ। ਹਾਲੇਲੂਇਆ। खुदा अपना खुदा के
अट्रैक्ट करेगा। फिर खुदा अपना पवित्र खुदा की तुहानू छूएगा, चंगियाई देवेगा, तुहाडियां सुनेगा, तुहानू पवित्र करता जाएगा, पवित्रताई दे वल तुहानू लैके जांदा रहेगा। हालेलुया 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 हालेलुया। बाइबल इस गल को बयान कर दिया कि तुहाडा खुदावंद परमेश्वर पवित्र है, अत पवित्र है। लिखिया वचन विच जो स्वर्ग दूत परमेश्वर के सामने आते हैं तां वो एक हम्मा दे नाल अपने फ्रंट कवर करते हैं कि किते गलती दे नाल भी उन्हां दा कोई भी नंगीर खुदा दे अगे सामने प्रगट ना होवे। एक पंख दे नाल वो अपने आप को कवर करदे हन। हालेलुया। इन्ना डरदे आ, इन्ना पवित्रताई दे विच वो पवित्र परमेश्वर कोलों डरदे आ, पवित्रताई दे विच रहण दी कोशिश करदी आ। तुसी दूतां दे नाल उत्तम जो, क्योंकि दूतां नूं कदे भी परमेश्वर ने संतान नहीं आख्या, पर तुहानू खुदा ने अपने धीआं ते पुत्र आख्या वा। हालेलुया। तुसी खुदावंद प्रभु यीशु मसीह दे बच्चे जो, तुसी खुदावंद परमेश्वर दी औलाद जो, तुसी यीशु मसीह दे जी उठन दे नाल परमेश्वर मसीह ते विश्वास करदे नाल खुदावंद परमेश्वर दे धीआं ते पुत्र बन गए जो। हालेलुया हालेलुया। धीआं ते पुत्र बन गए जो। हुण अपने पिता दी समानता दे विच वधदे जाओ, अपने पिता वांगू पवित्र हुंदे जाओ। हालेलुया। पिता अपवित्र चीज दे नाल संबंध नहीं रखदा। तुसी अपने आप को पलीत नहीं होंदे ना, तुसी अपने आप को अपवित्र होण नहीं देना। हर रोज प्रार्थना करनी आ, हर रोज बाइबल भी पढ़ना वा, ओदे ते मेडिटेट करना वा। तुसी साल च भी बाइबल पढ़ लो, कोई गल नहीं आ। तुसी 2 साल दे विच बाइबल कंप्लीट कर लो, कोई गल नहीं आ। पर जो तुसी पढ़ रहे हो अपने दिल विच रखना शुरू कर देओ। हालेलुया। तां जो वचन तुहाडे लई आशीष दा कारण बन जाए। हालेलुया हालेलुया हालेलुया। लोक विखावे दे नहीं, अपनी आत्मिकता दे लई, लोक विखावे दे नहीं प्रार्थना नहीं, आत्मिकता दे लई प्रार्थना करनी है। वचन जो तुसीं दिल विच स्टोर करना शुरू कर दोगे, जमा करना शुरू कर दोगे, तां तुहाडियां पाप दी पवित्र गल्लां निकलनियां शुरू हो जाणगीਆਂ। एक जगह ते खुदावंद प्रभु यीशु मसीह दे नाल फरीसी लोग वाद विवाद कर रहे थे। उन्होंने आख्या कि तेरे चेले बिना हथ धोते भोजन करन लई बैठ गए आ, कि तू कदी इन्हां नूं ये गल सिखाई नहीं आ। प्रभु यीशु मसीह ने आख्या ਜਿਹੜੀਆਂ ਗੱਲਾਂ ਬਾਹਰੋਂ ਤੁਹਾਡੇ ਅੰਦਰ ਜਾਂਦੀਆਂ ਵਾ, ਚੀਜ਼ਾਂ ਜਾਂਦੀਆਂ ਵਾ, ਉਹ ਤਾਂ ਅਪਵਿੱਤਰ ਨਹੀਂ ਕਰਦੀਆਂ, ਪਰ ਜਿਹੜੀਆਂ ਚੀਜ਼ਾਂ ਤੁਹਾਡੇ ਅੰਦਰੋਂ ਬਾਹਰ ਨਿਕਲਦੀਆਂ ਹਨ ਉਹ ਤੁਹਾਨੂੰ ਅਪਵਿੱਤਰ ਕਰਦੀਆਂ ਵਾ। हालेलुया। मतलब जेड़ा सराहट, जेड़ा कुफर, जेड़ा पाप तुसी अपने दिल ते लुका के बैठे हो, जदों वो तुहाडी जुबान ते आउंदा है उदों तुहाडा सारा शरीर, तुहाडी आत्मा अपवित्र हो जांदी है। इसे गल मैं अज तक खुदा दे वचन नूं उत्साहित कर दिया, मेडिटेट करना वर्ड दे उत्ते शुरू कर दो, वचनां दे उत्ते मेडिटेट करना शुरू कर दो, वचनां दे अध्ययन करना शुरू कर दो। जदों वचन तुसी खांदे जाओगे ਇਹਦੇ ਉੱਤੇ मनन करना करते जाओगे, जदों भी तुसी बोलोगे मिट्टियां ते वचन दे गल्लां तुहाडे अंदरों निकलणगीਆਂ ते ਇਹ गल्लां ਤੁਹਾਨੂੰ पवित्र करदियां जाणगीਆਂ। हालेलुया हालेलुया हालेलुया। कुछ समय पहले, आई थिंक 6 महीने पहले जवान भाई सन, गलबात हो रही सी, मैनू उन्हें दसिया, मैंने गल हो रही सी, कहते मैं अपने एरिया दे विच काफ़ी पास्टर्स दे नाल घूमिया वा, काफ़ी पास्टर साहबां दे नाल कहंदा मैं घूमिया, पर तुहाडे जिहा नेचर मैं किसी भी पास्टर दा वेखिया नहीं है। हालेलुया हालेलुया। मैं घमंड नहीं कर रहा, बट उन्हें आख्या तो मैं गल कहंदा तुहाडे जिहा नेचर मैं कदी भी किसी पास्टर दे विच नहीं वेखिया। हर पास्टर दे विच मैनूं कोई ना कोई कमी हुंदी है। तुहाडे सामने असीं मिस्टेक भी कर दईए जदों तुसीं सानूं वचन दे द्वारा समझाउंदे जो, तुसीं सानूं उत्साहित करदे जो। ਜਿਹੜੀਆਂ ਗੱਲਾਂ ਮਾੜੀਆਂ ਹਨ ਉਹਨਾਂ ਨੂੰ ਛੱਡ ਦਿਓ, ਜਿਹੜੀਆਂ ਗੱਲਾਂ ਚੰਗੀਆਂ ਹਨ ਉਹਨਾਂ ਨੂੰ ਫੜੋ। ਤੁਹਾਡੇ ਕੋਲ ਲੋਕ ਜਦੋਂ ਆਉਣਗੇ
ਆਉਣਗੇ ਤੇ ਤੁਹਾਡੀ ਸਹਾਰਨਾ ਕਰਨਗੇ, ਤੁਹਾਡੇ ਕੋਲੋਂ ਸ਼ਾਂਤੀ ਪ੍ਰਾਪਤ ਕਰਨਗੇ, ਕਿਉਂਕਿ ਸ਼ਾਂਤੀ ਦੀਆਂ ਗੱਲਾਂ ਤੁਸੀਂ ਆਪਣੇ ਮਨ ਵਿੱਚ, ਦਿਲ ਵਿੱਚ ਵਸਾਈਆਂ ਹੋਣਗੀਆਂ। ਤੁਹਾਡੇ ਸਾਹਮਣੇ ਤੁਹਾਡਾ ਧੀ ਪੁੱਤ ਭੈਣ ਭਰਾ ਕੋਈ ਗਲਤ ਕੰਮ ਕਰ ਰਿਹਾ ਹੈ ਤੇ ਤੁਸੀਂ ਉਹਨੂੰ ਵਚਨ ਦੇ ਦੁਆਰਾ ਸਮਝਾਵੋਗੇ, ਵਚਨ ਦੇ ਦੁਆਰਾ ਸਮਝਾਵੋਗੇ ਤੇ ਉਹ ਤੁਹਾਡਾ ਬੱਚਾ ਧੀ ਪੁੱਤ ਤੁਹਾਡੀ ਦੀਆਂ ਗੱਲਾਂ ਸੁਣ ਕੇ ਆਪਣੇ ਜੀਵਨ ਦੇ ਵਿੱਚ ਸ਼ਾਂਤੀ ਪ੍ਰਾਪਤ ਕਰੇਗਾ, ਉਹ ਆਪਣੇ ਗੁਨਾਹ ਨੂੰ ਛੱਡ ਦੇਵੇਗਾ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਤੁਹਾਡੇ ਅੰਦਰ ਵਚਨ ਦਾ ਖਜ਼ਾਨਾ ਭਰਿਆ ਹੋਇਆ ਹੈ। ਲੋਕ ਤੁਹਾਡੇ ਕੋਲ ਵਚਨ ਦੀਆਂ ਗੱਲਾਂ ਸੁਣਨ ਦੇ ਲਈ ਆਉਣਗੇ, ਇੱਜ਼ਤ ਦੀਆਂ ਗੱਲਾਂ ਸੁਣਨ ਦੇ ਲਈ ਆਉਣਗੇ, ਲੋਕ ਤੁਹਾਡੇ ਕੋਲ ਆਦਰ ਦੇ ਲਈ ਆਉਣਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਵਚਨ ਦੇ ਵਿੱਚ ਇੱਕ ਅਜਿਹਾ ਸ਼ਬਦ ਹੈ, ਤੁਸੀਂ ਸਾਰੇ ਉਸ ਨੂੰ ਜਾਣਦੇ, ਅਯੂਬ ਨਾਮੇ ਕਰਕੇ ਇੱਕ ਪੁਰਸ਼ ਸੀ, ਅਯੂਬ ਦੀ ਕਿਤਾਬ ਦੇ ਵਿੱਚ ਲਿਖਿਆ ਉਹਦੇ ਬਾਰੇ ਕਿ ਉਹ ਮਨੁੱਖ ਬੁੱਧੀ ਵਿੱਚ ਬੜਾ ਸਾਮਰਥ ਸੀ। ਵਚਨਾਂ ਦੇ ਵਿੱਚ ਖੁਦਾ ਨੇ ਉਹਨੂੰ ਬੜੀ ਆਸ਼ੀਸ਼ ਦਿੱਤੀ ਸੀ। ਜਦੋਂ ਉਹ ਜਾਂਦਾ ਸੀ ਤਾਂ ਬਜ਼ੁਰਗ ਵੀ ਉੱਠ ਜਾਂਦੇ ਹੁੰਦੇ ਸਨ, ਲੋਕ ਉਹਦੇ ਕੋਲੋਂ ਸਲਾਹ ਪੁੱਛਣ ਦੇ ਲਈ ਆਉਂਦੇ ਸਨ, ਲੋਕ ਉਹਦੇ ਨਾਲ ਸਲਾਹ ਮਸ਼ਵਰਾ ਕਰਦੇ ਹੁੰਦੇ, ਬਜ਼ੁਰਗ ਆਣ ਕੇ ਉਹਦੇ ਨਾਲ ਗੱਲਾਂ ਕਰਦੇ ਸਨ ਕਿ ਅਸੀਂ ਕੋਈ ਕੰਮ ਕਰਨਾ, ਇਹਦਾ ਕੋਈ ਹੱਲ ਦੱਸ, ਇਹਦਾ ਕੋਈ ਨਤੀਜਾ ਦੱਸ, ਕਿਸ ਤਰ੍ਹਾਂ ਅਸੀਂ ਇਹ ਕੰਮ ਕਰ ਸਕਦੇ ਹਾਂ। ਤੁਹਾਡੀ ਵੀ ਪਹਿਲ ਪੁੱਛੀ ਜਾਵੇਗੀ ਜਦੋਂ ਤੁਹਾਡੇ ਅੰਦਰ ਇਹ ਵਚਨ ਦਾ ਖਜ਼ਾਨਾ ਭਰਨਾ ਸ਼ੁਰੂ ਹੋ ਜਾਵੇਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੁਸੀਂ ਖੁਦਾ ਦੇ ਲਈ ਆਪਣੇ ਆਪ ਨੂੰ ਦੇ ਦਿਓ। ਪ੍ਰਾਰਥਨਾ ਕੰਟੀਨਿਊਲੀ ਪ੍ਰਾਰਥਨਾ ਕਰੋ, ਲਗਾਤਾਰ ਪ੍ਰਾਰਥਨਾ ਕਰਦੇ ਰਹੋ, ਲਗਾਤਾਰ ਵਚਨ ਕਰੋ। ਪ੍ਰਾਰਥਨਾ ਕਰੋਗੇ ਤੁਸੀਂ ਆਪਣੀਆਂ ਸਮੱਸਿਆਵਾਂ, ਆਪਣੀਆਂ ਗੱਲਾਂ, ਆਪਣੀਆਂ ਕਮੀਆਂ ਜਿਹੜੀਆਂ ਪਰਮੇਸ਼ਵਰ ਨੂੰ ਦੱਸਦੇ ਜਾਵੋਗੇ। ਜੇ ਤੁਸੀਂ ਵਚਨ ਪੜੋਗੇ ਤੇ ਆਪਣੀਆਂ ਉਹਨਾਂ ਕਮੀਆਂ ਦਾ, ਉਹਨਾਂ ਘਟੀਆਂ ਦਾ, ਉਹਨਾਂ ਸਵਾਲਾਂ ਦਾ ਜਵਾਬ ਪਾਉਂਦੇ ਜਾਵੋਗੇ। ਹਾਲੇਲੂਇਆ, 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 ਹਾਲੇਲੂਇਆ। ਪਵਿੱਤਰ ਪੜ੍ਹਨ ਦੇ ਲਈ ਇਹ ਦੋ ਮਹੱਤਵਪੂਰਨ ਗੱਲਾਂ ਹਨ ਜਿਨ੍ਹਾਂ ਦੇ ਸਾਡੇ ਜੀਵਨ ਵਿੱਚ ਹੋਣਾ ਚਾਹੀਦਾ ਵਾ। ਸਭ ਨਾਲੋਂ ਪਹਿਲੀ ਗੱਲ, ਮੇਰੇ ਤੇ ਤੁਹਾਡੇ ਜੀਵਨ ਦੇ ਵਿੱਚ ਇਕਾਂਤ ਦੀ ਪ੍ਰਾਰਥਨਾ ਹੋਣੀ ਚਾਹੀਦੀ ਆ। ਦੂਜੀ ਗੱਲ, ਮੇਰੇ ਤੇ ਤੁਹਾਡੇ ਜੀਵਨ ਦੇ ਵਿੱਚ ਵਚਨ ਦੇ ਉੱਤੇ ਮੈਡੀਟੇਟ ਹੋਣਾ ਚਾਹੀਦਾ ਵਾ। ਹਾਲੇਲੂਇਆ, ਹਾਲੇਲੂਇਆ। ਮੈਂ ਡੇਲੀ ਇੱਕ ਚੈਪਟਰ ਪੜ੍ਹਦਾ ਹਾਂ, ਇਸ ਤੋਂ ਜ਼ਿਆਦਾ ਨਹੀਂ ਪੜ੍ਹਦਾ। ਇੱਕ ਡੇਲੀ ਚੈਪਟਰ ਪੜ੍ਹਦਾ ਔਰ ਉਹਦੇ ਵਿੱਚ ਕੀ ਲਿਖਿਆ ਵਾ ਉਹਨੂੰ ਆਪਣੇ ਜੀਵਨ ਦੇ ਵਿੱਚ ਰੱਖਣ ਦੀ ਕੋਸ਼ਿਸ਼ ਮੈਂ ਜ਼ਰੂਰ ਕਰਦਾ ਹਾਂ। ਮੈਂ ਨਹੀਂ ਕਹਿੰਦਾ ਕਿ ਮੈਂ 3 ਚੈਪਟਰ ਪੜ੍ਹ ਲਵਾਂ, 4 ਚੈਪਟਰ ਪੜ੍ਹ ਲਵਾਂ, 5 ਚੈਪਟਰ ਪੜ੍ਹ ਲਵਾਂ। ਨੋ, ਮੈਂ ਇੱਕ ਚੈਪਟਰ ਪੜ੍ਹਦਾ ਪਰ ਉਹਦੇ ਵਿੱਚ ਕੀ ਲਿਖਿਆ, ਮੇਰੇ ਲਈ ਕੀ ਆ, ਉਸ ਚੀਜ਼ ਨੂੰ ਮੈਂ ਉਸ ਵਚਨ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰਦਾ ਵਾਂ। ਤੇ ਜਦੋਂ ਮੈਂ ਲੱਭ ਲੈਂਦਾ ਵਾਂ ਤੇ ਮੈਨੂੰ ਮੇਰੇ ਵਚਨ ਪੜ੍ਹਨ ਦਾ ਜਿਹੜਾ ਆਨੰਦ ਜਿਹੜਾ ਦੁਗਣਾ ਹੋ ਜਾਂਦਾ ਵਾ। ਹਾਲੇਲੂਇਆ, ਹਾਲੇਲੂਇਆ। ਲਗਭਗ 20 ਸਾਲ ਹੋ ਗਏ ਮੈਨੂੰ ਬਾਈਬਲ ਪੜ੍ਹਦੇ, ਲਗਭਗ 20 ਸਾਲ। ਇਹਨਾਂ 20 ਸਾਲਾਂ 'ਚ ਸਿਰਫ ਮੈਂ 2 ਵਾਰੀ ਬਾਈਬਲ ਪੜ੍ਹੀ ਆ। ਹਾਲੇਲੂਇਆ। ਪੂਰੀ ਬਾਈਬਲ ਨੂੰ ਉਤਪਤ ਤੋਂ ਲੈ ਕੇ ਰੈਵਲੇਸ਼ਨ ਤੱਕ 20 ਸਾਲਾਂ 'ਚ ਸਿਰਫ ਮੈਂ 2 ਵਾਰ ਹੀ ਬਾਈਬਲ ਪੜ੍ਹ ਚੁੱਕਾ ਵਾਂ। ਮੈਂ ਸਿਰਫ ਪੜ੍ਹਦਾ ਨਹੀਂ ਆ, ਉਹਦੇ 'ਤੇ ਮੈਡੀਟੇਟ ਕਰਨ ਦੀ ਕੋਸ਼ਿਸ਼ ਕਰਦਾ ਵਾਂ ਕਿ ਮੈਡੀਟੇਟ ਕਰਕੇ ਮੈਂ ਵੇਖਾਂ ਸਹੀ ਇਹਦੇ ਵਿੱਚ ਕਿਹੜੀ ਗੱਲ ਆ ਜੋ ਖੁਦਾਵੰਦ ਪ੍ਰਭੂ ਯੀਸ਼ੂ ਮਸੀਹ ਮੈਨੂੰ ਸਿਖਾਉਣਾ ਚਾਹੁੰਦਾ। ਇਹ ਕਿਹੜਾ ਵਚਨ ਹੈ ਜਿਹੜਾ ਮੇਰੇ ਲਈ ਹੈ, ਮੈਂ ਉਹਦੇ ਲੱਭਣ ਦੀ ਕੋਸ਼ਿਸ਼ ਕਰਦਾ। ਖੁਦਾ ਦੀ ਮਰਜ਼ੀ ਨੂੰ ਉਸ ਵਚਨ ਦੇ ਵਿੱਚੋਂ ਮੇਰੇ ਲਈ ਕੀ ਹੈ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ ਵਾਂ, ਉਹਨੂੰ ਆਪਣੇ ਦਿਲ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦਾ ਵਾਂ ਕਿ ਵਚਨ ਮੇਰੇ ਜੀਵਨ ਦੇ ਵਿੱਚ ਬੈਠ ਜਾਵੇ ਤਾਂ ਜੋ ਮੇਰੇ ਔਖੇ ਸਮੇਂ ਦੇ ਵਿੱਚ ਇਹ ਵਚਨ ਜੋ ਮੈਂ ਪੜ੍ਹ ਰਿਹਾ ਵਾਂ ਮੇਰੀ ਢਾਲ ਬਣਨ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇੱਕ ਫੌਜੀ ਨੂੰ ਆਪਣੇ ਹਥਿਆਰ ਤੇ ਮਾਣ ਹੁੰਦਾ ਵਾ, ਉਹ ਦੁਸ਼ਮਣਾਂ ਕੋਲ ਵੀ ਜਾਂਦਾ ਵਾ, ਉਹਨੂੰ ਪਤਾ ਹੁੰਦਾ ਕਿ ਉਹਦੇ ਕੋਲ ਚੇਨ ਹੈ, ਗਨ ਹੈ, ਪਿਸਟਲ ਹੈ, ਬੰਬ ਹੈ ਤੇ ਉਹ ਵਿਰੋਧੀਆਂ ਦਾ ਸਾਹਮਣਾ ਕਰ ਸਕਦਾ ਵਾ। ਹਾਲੇਲੂਇਆ, ਹਾਲੇਲੂਇਆ। ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਸਾਮਰਥੀ ਵਚਨ ਹਨ ਤੇ ਤੁਸੀਂ ਵੀ ਸ਼ੈਤਾਨ ਦਾ ਸਾਹਮਣਾ ਕਰ ਸਕਦੇ ਹੋ। ਚਾਹੇ ਜਿਸ ਤਰ੍ਹਾਂ ਦੇ ਮਰਜ਼ੀ ਖਿਆਲਾਤ ਤੁਹਾਡੇ ਜੀਵਨ ਦੇ ਵਿੱਚ ਲੈ ਕੇ ਆਵੇ, ਜਿੱਦਾਂ ਦੇ ਮਰਜ਼ੀ ਹਾਲਾਤ ਤੁਹਾਡੇ ਘਰ ਦੇ ਵਿੱਚ, ਤੁਹਾਡੇ ਸਮਾਜ ਵਿੱਚ ਪੈਦਾ ਕਰ ਦੇਵੇ, ਜੇ ਵਚਨ ਹਨ ਤੁਹਾਡੇ ਕੋਲ ਤੇ ਇਹ ਵਚਨ ਤੁਹਾਨੂੰ ਮਜ਼ਬੂਤ ਕਰਨਗੇ, ਵਚਨ ਤੁਹਾਨੂੰ ਪਵਿੱਤਰ ਕਰਨਗੇ, ਤੁਹਾਨੂੰ ਕਦੀ ਵੀ ਅਪਵਿੱਤਰ ਹੋਣ ਨਹੀਂ ਦੇਣਗੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਵਿੱਤਰ ਲੋਕਾਂ ਦੀ ਸੰਗਤੀ ਰੱਖੋ, ਅਪਵਿੱਤਰ ਲੋਕਾਂ ਦੀ ਸੰਗਤੀ ਨਾ ਰੱਖੋ।
जो तुम सुनते जो अपने भैन भरावां कोलों गल्लां उन्हां गल्लां नूं अपने दिमाग दे विच हावी होण ना दो। मैनूं पता वा साडे समाज जांदी आ स्थान मिलना बड़ी छेती होंदे ਅਸੀਂ ਉਹਨੂੰ ਬਾਰ-ਬਾਰ ਸਾਡੇ ਮਨ ਦੇ ਵਿੱਚ ਉਹ ਗੱਲਾਂ ਘੁੰਮਦੀਆਂ ਰਹਿੰਦੀਆਂ ਵਾ। ਇਸ ਕਰਕੇ ਜੇ ਤੁਸੀਂ ਵਚਨ ਪੜੋਗੇ ਤੇ ਉਹ ਨਕਾਰਾਤਮਕ ਗੱਲਾਂ ਤੁਹਾਡੇ ਅੰਦਰ ਜਗ੍ਹਾ ਬਣਾ ਸਕਣਗੀਆਂ ਨਹੀਂ। ਤੁਸੀਂ ਵਚਨ ਪੜੋਗੇ ਇਹ ਵਚਨ ਡੇਲੀ ਤੁਹਾਡੇ ਮਾਈਂਡ ਨੂੰ ਤੁਹਾਡੀ ਆਤਮਾ ਨੂੰ ਰੀਨਿਊ ਕਰਦਾ ਜਾਵੇਗਾ, ਨਵਾਂ ਕਰਦਾ ਜਾਵੇਗਾ, ਤਾਜ਼ਾ ਕਰਦਾ ਜਾਵੇਗਾ। ਇੰਨੀ ਸਾਮਰਥ ਹੈ ਵਚਨ ਦੇ ਵਿੱਚ, ਤੁਹਾਨੂੰ ਹਰ ਰੋਜ਼ प्रतिदिन ताजा करता जाएगा, हर रोज तुहानू आशीष ते बरकत देता जाएगा। आओ ਅਸੀਂ ਸਾਰੇ ਆਪਣੀ ਅੱਖਾਂ ਬੰਦ ਕਰੀਏ, ਸਨਾਨ ਬਦਾਮ ਪ੍ਰਭੂ ਯਿਸੂ ਮਸੀਹ ਦੇ ਅਧੀਨ ਕਰੀਏ। ਅਸੀਂ ਸਾਰੇ